प्यारे विद्यार्थियों, एक बार फिर आप सब ਦਾ ਨਿੱਘਾ ਸਵਾਗਤ ਹੈ। ਅੱਜ ਅਸੀਂ 6ਵੀਂ ਜਮਾਤ ਦੇ ਸਮਾਜਿਕ ਸਿੱਖਿਆ ਵਿਸ਼ੇ ਵਿੱਚ ਇਤਿਹਾਸ ਭਾਗ ਵਿੱਚੋਂ ਪਾਠ 8ਵਾਂ ਜਿਸ ਦਾ ਨਾਮ ਪ੍ਰਾਚੀਨ ਇਤਿਹਾਸ ਦਾ ਅਧਿਐਨ ਸਰੋਤ ਹੈ, ਇਸ ਪਾਠ ਦੀ ਦੁਹਰਾਈ ਕਰਾਂਗੇ। ਇਹ ਦੁਹਰਾਈ ਅਸੀਂ ਪ੍ਰਸ਼ਨ ਉੱਤਰ ਵਜੋਂ ਕਰਾਂਗੇ ਤਾਂ ਜੋ ਪਾਠ ਦੇ ਪਿੱਛੇ ਦਿੱਤੇ ਗਏ ਅਭਿਆਸ ਲਈ ਪ੍ਰਸ਼ਨਾਂ ਨੂੰ ਤੁਸੀਂ ਹੱਲ ਕਰ ਸਕੋ। ਵੈਸੇ ਤਾਂ ਇਸ ਸਾਰੀ ਪ੍ਰੈਜੈਂਟੇਸ਼ਨ ਵਿੱਚੋਂ ਆਪ ਜੀ ਨੂੰ ਪਿੱਛੇ ਦਿੱਤੇ ਗਏ ਸਾਰੇ ਹੀ ਪ੍ਰਸ਼ਨਾਂ ਦੇ ਉੱਤਰ ਚੰਗੀ ਤਰ੍ਹਾਂ ਮਿਲ ਜਾਣਗੇ, ਲੇਕਿਨ ਮੈਂ ਇਹ ਵੀ ਚਾਹਾਂਗਾ ਕਿ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਮੂੰਹ ਜ਼ਬਾਨੀ ਵੀ ਲਿਖਣ ਦੀ ਕੋਸ਼ਿਸ਼ ਕਰੋ। ਸੋ ਆਓ ਇਹਨਾਂ ਪ੍ਰਸ਼ਨਾਂ ਨੂੰ ਦੇਖੀਏ ਔਰ ਪਾਠ ਦੀ ਕੰਪਲੀਟ ਦੁਹਰਾਈ ਅਸੀਂ ਕਰੀਏ। ਸੋ ਵਿਦਿਆਰਥੀਓ, ਪਹਿਲਾਂ ਮੈਂ ਛੋਟੇ ਉੱਤਰਾਂ ਦੇ ਵਿੱਚ ਤੁਹਾਨੂੰ ਪਾਠ ਦੀ ਦੁਹਰਾਈ ਕਰਵਾਵਾਂਗਾ ਤਾਂ ਕਿ ਤੁਹਾਡੇ ਲਈ ਪ੍ਰਸ਼ਨ ਉੱਤਰ ਤਿਆਰ ਕਰਨੇ ਸੌਖੇ ਹੋਣ। ਸੋ ਮਨੁੱਖੀ ਜੀਵਨ ਕਾਲ ਨੂੰ ਕਿੰਨੇ ਕਾਲਾਂ ਵਿੱਚ ਵੰਡਿਆ ਗਿਆ ਹੈ? ਬਿਲਕੁਲ ਠੀਕ, ਮਨੁੱਖੀ ਜੀਵਨ ਕਾਲ ਨੂੰ ਦੋ ਕਾਲਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਹੈ ਪੂਰਵ ਇਤਿਹਾਸ ਤੇ ਦੂਸਰਾ ਹੈ ਇਤਿਹਾਸ। ਪੂਰਵ ਇਤਿਹਾਸ ਅਤੇ ਇਤਿਹਾਸ ਵਿੱਚ ਕੀ ਅੰਤਰ ਹੈ? ਸੋ ਪੂਰਵ ਇਤਿਹਾਸ ਜਿਸ ਸਮੇਂ ਦਾ ਸਾਡੇ ਕੋਲ ਕੋਈ ਲਿਖਤੀ ਸਬੂਤ ਨਾ ਹੋਵੇ ਉਸ ਨੂੰ ਅਸੀਂ ਪੂਰਵ ਇਤਿਹਾਸ ਕਹਿੰਦੇ ਹਾਂ। ਤੇ ਇਤਿਹਾਸ ਕੀ ਹੁੰਦਾ ਹੈ ਬੇਟਾ? ਯੈਸ, ਬਿਲਕੁਲ ਠੀਕ, ਕਿ ਜਿਸ ਸਮੇਂ ਦਾ ਸਾਡੇ ਕੋਲ ਕੋਈ ਲਿਖਤੀ ਸਬੂਤ ਹੁੰਦਾ ਹੈ ਉਸ ਨੂੰ ਇਤਿਹਾਸ ਕਿਹਾ ਜਾਂਦਾ ਹੈ। ਸੋ ਨੈਕਸਟ ਹੈ ਕਿ ਪ੍ਰਾਚੀਨ ਕਾਲ ਵਿੱਚ ਮਨੁੱਖ ਕਿੱਥੇ ਰਹਿੰਦਾ ਸੀ? ਸੋ ਪ੍ਰਾਚੀਨ ਕਾਲ ਵਿੱਚ ਮਨੁੱਖ ਗੁਫਾਵਾਂ ਵਿੱਚ ਰਹਿੰਦਾ ਸੀ ਤੇ ਉਸ ਤੋਂ ਨਾਲ ਆਪਾਂ ਇਹ ਵੀ ਅਧਿਐਨ ਕੀਤਾ ਸੀ ਕਿ ਜੋ ਆਦਿ ਮਨੁੱਖ ਸੀ ਪਹਿਲਾਂ ਤਾਂ ਵਿਚਾਰਾ ਘੁੰਮਦਾ ਫਿਰਦਾ ਹੀ ਰਹਿੰਦਾ ਸੀ, ਠੀਕ ਹੈ, ਉਸਦਾ ਕੋਈ ਵੀ ਇੱਕ ਟਿਕਾਣਾ ਨਹੀਂ ਸੀ। ਸੋ ਇਤਿਹਾਸ ਦੇ ਸਰੋਤਾਂ ਤੋਂ ਕੀ ਭਾਵ ਹੈ? ਵਿਦਿਆਰਥੀਓ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ, ਮੇਰੇ ਨਾਲ ਤੁਸੀਂ ਬੋਲ ਸਕਦੇ ਹੋ ਕਿ ਅਜਿਹੇ ਤੱਥ ਜਿਸ ਤੋਂ ਮਨੁੱਖ ਦੀ ਕਹਾਣੀ ਜਾਣਨ ਵਿੱਚ ਸਹਾਇਤਾ ਮਿਲਦੀ ਹੈ, ਮਨੁੱਖ ਦੇ ਇਤਿਹਾਸ ਬਾਰੇ ਅਸੀਂ ਪਤਾ ਕਰ ਸਕਦੇ ਹਾਂ, ਬੀਤ ਚੁੱਕੇ ਸਮਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ, ਉਹ ਸਾਰੇ ਇਤਿਹਾਸ ਦੇ ਸਰੋਤ ਅਖਵਾਉਂਦੇ ਹਨ। ਸੋ ਅੱਗੇ ਹੈ ਕਿ ਪੁਰਾਤਤਵ ਸਰੋਤਾਂ ਦੀ ਸੂਚੀ ਬਣਾਓ। ਸੋ ਪੁਰਾਤਨ ਇਮਾਰਤਾਂ, ਬਰਤਨ, ਰੋਜ਼ਾਨਾ ਵਰਤੋਂ ਦੀਆਂ ਵਸਤਾਂ, ਸਿੱਕੇ ਅਤੇ ਅਭਿਲੇਖ ਪੁਰਾਤਤਵ ਸਰੋਤ ਹਨ। ਸੋ ਤੁਹਾਨੂੰ ਇੱਕ ਵਾਰ ਫਿਰ ਪਤਾ ਲੱਗ ਗਿਆ ਕਿ ਪੁਰਾਤਤਵ ਸਰੋਤ ਕਿਹੜੇ ਹੁੰਦੇ ਹਨ। ਨੈਕਸਟ, ਵੈਦਿਕ ਸਾਹਿਤ ਦੇ ਕਿਹੜੇ-ਕਿਹੜੇ ਗ੍ਰੰਥ ਮਿਲਦੇ ਹਨ? ਵੈਦਿਕ ਸਾਹਿਤ ਦੇ ਵੇਦ, ਬ੍ਰਾਹਮਣ ਗ੍ਰੰਥ, ਆਰਣਯਕ, ਉਪਨਿਸ਼ਦ, ਸੂਤਰ, ਮਹਾਕਾਵ ਰਾਮਾਇਣ ਅਤੇ ਮਹਾਭਾਰਤ, ਪੁਰਾਣ ਆਦਿ ਮਿਲਦੇ ਹਨ। ਵਿਦਿਆਰਥੀਓ, ਅਗਲਾ ਪ੍ਰਸ਼ਨ, ਸਾਹਿਤਕ ਸਰੋਤਾਂ ਦਾ ਕੀ ਮਹੱਤਵ ਹੈ? ਇਹ ਸਰੋਤ ਧਰਮ ਤੋਂ ਇਲਾਵਾ ਆਪਣੇ ਸਮਕਾਲੀਨ ਘਟਨਾਵਾਂ, ਸਮਕਾਲੀਨ ਮਤਲਬ ਕਿ ਜਦੋਂ ਇਹ ਲਿਖੇ ਗਏ ਉਸ ਸਮੇਂ ਦੌਰਾਨ ਘਟਨਾਵਾਂ ਅਤੇ ਸਮਾਜ ਬਾਰੇ ਜਾਣਕਾਰੀ ਦਿੰਦੇ ਹਨ ਜਿਸ ਸਮੇਂ ਇਹ ਲਿਖੇ ਗਏ ਸਨ। ਸੋ ਸਾਹਿਤਕ ਸਰੋਤ ਇਹਨਾਂ ਦਾ ਕੀ ਮਹੱਤਵ ਹੈ?
ਆਪ ਜੀ ਨੂੰ ਸਮਝ ਆ ਗਿਆ ਹੋਵੇਗਾ। ਨੈਕਸਟ ਹੈ, ਪ੍ਰਾਚੀਨ ਕਾਲ ਵਿੱਚ ਨਿਯਮਾਂ ਅਤੇ ਕਾਨੂੰਨਾਂ ਬਾਰੇ ਲਿਖੀਆਂ ਪੁਸਤਕਾਂ ਨੂੰ ਕੀ ਕਹਿੰਦੇ ਹਨ? ਕਿਸੇ ਇੱਕ ਪੁਸਤਕ ਦਾ ਨਾਮ ਲਿਖੋ। ਸੋ ਪ੍ਰਾਚੀਨ ਕਾਲ ਵਿੱਚ ਨਿਯਮਾਂ ਅਤੇ ਕਾਨੂੰਨਾਂ ਬਾਰੇ ਲਿਖੀਆਂ ਪੁਸਤਕਾਂ ਨੂੰ ਕੀ ਕਹਿੰਦੇ ਸੀ? ਬਿਲਕੁਲ ਠੀਕ ਬੇਟਾ, ਧਾਰਮਿਕ ਗ੍ਰੰਥ ਕਹਿੰਦੇ ਸਨ। ਅਜਿਹੀ ਧਾਰਮਿਕ ਗ੍ਰੰਥ ਦਾ ਨਾਮ ਹੈ, ਬਿਲਕੁਲ ਠੀਕ, ਮਨੂ ਸਮ੍ਰਿਤੀ। ਮੇਰੇ ਨਾਲ ਨਾਲ ਤੁਸੀਂ ਦੁਹਰਾਈ ਕਰਨੀ ਹੈ। ਤੁਸੀਂ ਚਾਹੋ ਤਾਂ ਆਪਣੀ ਕਾਪੀ ਉੱਤੇ ਮੁੱਖ ਗੱਲਾਂ ਨੂੰ ਲਿਖ ਸਕਦੇ ਹੋ, ਔਰ ਜਿੰਨੀ ਬੇਟਾ ਤੁਸੀਂ ਇਹ ਦੁਹਰਾਈ ਕਰੋਗੇ ਓਨੀ ਛੇਤੀ ਤੁਹਾਨੂੰ ਇਹ ਪਾਠ ਯਾਦ ਹੋਏਗਾ, ਓਨੇ ਹੀ ਇਹ ਸਾਰੇ ਪ੍ਰਸ਼ਨ ਉੱਤਰ ਤੁਹਾਨੂੰ ਪੱਕੇ ਹੋ ਜਾਣਗੇ ਤੇ ਤੁਹਾਡੇ ਲਈ ਪਾਠ ਵਿੱਚ ਦਿੱਤੇ ਗਏ ਜਿੰਨੇ ਵੀ ਪ੍ਰਸ਼ਨ ਉੱਤਰ ਹਨ ਉਹ ਤੁਹਾਨੂੰ ਕਰਨੇ ਅਤੇ ਲਿਖਣੇ ਸੌਖੇ ਹੋ ਜਾਣਗੇ। ਸੋ ਨੈਕਸਟ ਹੈ, ਕੌਟਲਿਆ ਕੌਣ ਸੀ? ਉਸ ਦੁਆਰਾ ਸ਼ਾਸਨ ਪ੍ਰਬੰਧ ਬਾਰੇ ਲਿਖੀ ਪੁਸਤਕ ਦਾ ਕੀ ਨਾਂ ਹੈ? ਪ੍ਰਸ਼ਨ ਫਿਰ ਸੁਣੋ। ਕੌਟਲਿਆ ਕੌਣ ਸੀ? ਉਸ ਦੁਆਰਾ ਸ਼ਾਸਨ ਪ੍ਰਬੰਧ ਬਾਰੇ ਲਿਖੀ ਪੁਸਤਕ ਦਾ ਕੀ ਨਾਂ ਹੈ? ਸੋ ਉੱਤਰ, ਕੌਟਲਿਆ ਚੰਦਰਗੁਪਤ ਮੌਰਿਆ ਦਾ ਮੰਤਰੀ ਅਤੇ ਤਕਸ਼ਿਲਾ ਨਾਲੰਦਾ ਯੂਨੀਵਰਸਿਟੀ ਵਿੱਚ ਅਧਿਆਪਕ ਸੀ। ਇੱਕ ਵਾਰ ਫਿਰ, ਕੌਟਲਿਆ ਚੰਦਰਗੁਪਤ ਮੌਰਿਆ ਦਾ ਮੰਤਰੀ ਅਤੇ ਤਕਸ਼ਿਲਾ ਨਾਲੰਦਾ ਯੂਨੀਵਰਸਿਟੀ ਵਿੱਚ ਅਧਿਆਪਕ ਸੀ। ਉਸ ਦੁਆਰਾ ਸ਼ਾਸਨ ਪ੍ਰਬੰਧ ਬਾਰੇ ਲਿਖੀ ਪੁਸਤਕ ਦਾ ਨਾਂ ਅਰਥ ਸ਼ਾਸਤਰ ਹੈ। ਉਸ ਦੁਆਰਾ ਸ਼ਾਸਨ ਪ੍ਰਬੰਧ ਬਾਰੇ ਲਿਖੀ ਪੁਸਤਕ ਦਾ ਨਾਂ ਅਰਥ ਸ਼ਾਸਤਰ ਹੈ। ਸੋ ਅਗਲਾ ਪ੍ਰਸ਼ਨ, ਕਿ ਸਾਹਿਤਕ ਸਰੋਤਾਂ ਦਾ ਕੀ ਮਹੱਤਵ ਹੈ? ਸਾਹਿਤਕ ਸਰੋਤਾਂ ਦਾ ਕੀ ਮਹੱਤਵ ਹੈ? ਸੋ ਬਹੁਤ ਸੌਖਾ ਉੱਤਰ ਹੈ ਬੇਟਾ, ਕਿ ਇਹ ਸਰੋਤ ਧਰਮ ਤੋਂ ਇਲਾਵਾ ਆਪਣੇ ਸਮਕਾਲੀਨ ਘਟਨਾਵਾਂ ਅਤੇ ਸਮਾਜ ਬਾਰੇ ਜਾਣਕਾਰੀ ਦਿੰਦੇ ਹਨ ਜਿਸ ਸਮੇਂ ਇਹ ਲਿਖੇ ਗਏ ਹਨ। ਸੋ ਇਹ ਪ੍ਰਸ਼ਨ ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੋਵੇਗਾ। ਸੋ ਆਓ ਨੈਕਸਟ ਪ੍ਰਸ਼ਨ ਦੇਖੀਏ ਕਿ ਅੱਗੇ ਹੋਰ ਕਿਸ ਤਰ੍ਹਾਂ ਦੇ ਪ੍ਰਸ਼ਨ ਹਨ। ਸੋ ਨੈਕਸਟ ਹੈ, ਪੁਰਾਤੱਤਵ ਵਿਗਿਆਨੀ ਕਿਸ ਨੂੰ ਕਹਿੰਦੇ ਹਨ? ਫਿਰ ਪੁਰਾਤੱਤਵ ਵਿਗਿਆਨੀ ਕਿਸ ਨੂੰ ਕਹਿੰਦੇ ਹਨ? ਕੀ ਉੱਤਰ ਹੈ? ਸ਼ਾਬਾਸ਼, ਪੁਰਾਤੱਤਵ ਸਰੋਤਾਂ ਦਾ ਅਧਿਐਨ ਕਰਨ ਵਾਲੇ ਨੂੰ ਪੁਰਾਤੱਤਵ ਵਿਗਿਆਨੀ ਕਹਿੰਦੇ ਹਨ। ਫਿਰ ਦੇਖੋ ਕਿ ਪੁਰਾਤੱਤਵ ਸਰੋਤਾਂ ਦਾ ਅਧਿਐਨ ਕਰਨ ਵਾਲੇ ਨੂੰ ਪੁਰਾਤੱਤਵ ਵਿਗਿਆਨੀ ਕਹਿੰਦੇ ਹਨ। ਸੋ ਪਿੱਛੇ ਤੁਸੀਂ ਦੇਖਿਆ ਕਿ ਪੁਰਾਤੱਤਵ ਸਰੋਤ ਕੀ ਹੁੰਦੇ ਹਨ। ਪੁਰਾਤੱਤਵ ਸਰੋਤਾਂ ਦੀ ਸੂਚੀ ਬਣਾਓ, ਇੱਕ ਪ੍ਰਸ਼ਨ ਤੁਸੀਂ ਹੁਣੇ ਸਮਝਿਆ ਸੀ। ਸੋ ਇਸ ਸ਼ਬਦ ਦਾ ਅਧਿਐਨ ਜੋ ਕਰਦਾ ਹੈ ਉਸ ਨੂੰ ਅਸੀਂ ਪੁਰਾਤੱਤਵ ਵਿਗਿਆਨੀ ਆਖਦੇ ਹਾਂ। ਨੈਕਸਟ ਪ੍ਰਸ਼ਨ, ਪ੍ਰਾਚੀਨ ਕਾਲ ਦੇ ਸਿੱਕੇ ਕਿਹੜੀ ਧਾਤ ਤੋਂ ਬਣਾਏ ਜਾਂਦੇ ਸਨ? ਫਿਰ ਸੁਣੋ ਕਿ ਪ੍ਰਾਚੀਨ ਕਾਲ ਦੇ ਸਿੱਕੇ ਕਿਹੜੀ ਧਾਤ ਤੋਂ ਬਣਾਏ ਜਾਂਦੇ ਸਨ? ਉੱਤਰ, ਪ੍ਰਾਚੀਨ ਕਾਲ ਵਿੱਚ ਸਿੱਕੇ ਸੋਨੇ,
ਚਾਂਦੀ, ਤਾਂਬੇ ਅਤੇ ਕਲੀ ਦੇ ਬਣਾਏ ਜਾਂਦੇ ਸਨ। ਸੋ ਯਾਦ ਰੱਖਣਾ ਬੇਟਾ ਕਿ ਸੋਨੇ, ਚਾਂਦੀ, ਤਾਂਬੇ ਅਤੇ ਕਲੀ ਦੇ ਬਣਾਏ ਜਾਂਦੇ ਸਨ। ਨੈਕਸਟ ਹੈ, ਇਹਨਾਂ ਸਿੱਕਿਆਂ ਤੋਂ ਸਾਨੂੰ ਲੋਕਾਂ ਦੇ ਜੀਵਨ ਦੇ ਕਿਸ ਪੱਖ ਦੀ ਜਾਣਕਾਰੀ ਮਿਲਦੀ ਹੈ? ਇਹਨਾਂ ਸਿੱਕਿਆਂ ਤੋਂ ਸਾਨੂੰ ਲੋਕਾਂ ਦੇ ਜੀਵਨ ਦੇ ਕਿਸ ਪੱਖ ਦੀ ਜਾਣਕਾਰੀ ਮਿਲਦੀ ਹੈ? ਸੋ ਕੀ ਉੱਤਰ ਹੋਏਗਾ ਕਿ ਇਹਨਾਂ ਸਿੱਕਿਆਂ ਤੋਂ ਸਾਨੂੰ ਲੋਕਾਂ ਦੇ ਜੀਵਨ ਦੇ ਆਰਥਿਕ ਪੱਖ ਦੀ ਜਾਣਕਾਰੀ ਮਿਲਦੀ ਹੈ। ਆਰਥਿਕ ਪੱਖ ਕੀ ਹੁੰਦਾ ਬੇਟਾ? ਜੋ ਕਮਾਈ ਲਈ ਜਾਂ ਗੁਜ਼ਾਰੇ ਲਈ ਜਾਂ ਪੈਸੇ ਵਾਸਤੇ ਜੋ ਵੀ ਕੰਮਕਾਰ, ਜੋ ਵੀ ਕਿਰਿਆਵਾਂ ਹੁੰਦੀਆਂ ਹਨ, ਉਸ ਨੂੰ ਅਸੀਂ ਆਰਥਿਕ ਪੱਖ ਕਹਿੰਦੇ ਹਾਂ। ਨੈਕਸਟ ਹੈ, ਸਿੱਕਿਆਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ? ਫਿਰ ਸੁਣੋ, ਸਿੱਕਿਆਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ? ਬਹੁਤ ਸੌਖਾ ਉੱਤਰ ਹੈ ਕਿ ਸਿੱਕਿਆਂ ਦੇ ਅਧਿਐਨ ਨੂੰ ਸਿੱਕਿਆਂ ਦੀ ਵਿਦਿਆ ਕਿਹਾ ਜਾਂਦਾ ਹੈ। ਫਿਰ ਸੁਣੋ ਕਿ ਸਿੱਕਿਆਂ ਦੇ ਅਧਿਐਨ ਨੂੰ ਸਿੱਕਿਆਂ ਦੀ ਵਿਦਿਆ ਕਿਹਾ ਜਾਂਦਾ ਹੈ। ਸੋ ਬੇਟਾ, ਹੁਣ ਤੱਕ ਅਸੀਂ ਜਿੰਨੇ ਪ੍ਰਸ਼ਨ ਕੀਤੇ ਨੇ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਪ੍ਰਸ਼ਨ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ, ਔਰ ਮੈਂ ਇਹ ਵੀ ਆਸ ਕਰਦਾ ਹਾਂ ਕਿ ਤੁਸੀਂ ਇਹਨਾਂ ਨੂੰ ਨਾਲ ਦੀ ਨਾਲ ਹੀ ਨੋਟ ਵੀ ਕਰ ਰਹੇ ਹੋਵੋਗੇ। ਸੋ ਵਿਦਿਆਰਥੀਓ, ਆਓ ਆਪਾਂ ਅੱਗੇ ਵਧੀਏ ਅਤੇ ਹੋਰ ਪ੍ਰਸ਼ਨਾਂ ਦੇ ਦੁਆਰਾ ਆਪਾਂ ਇਸ ਪਾਠ ਦੀ ਚੰਗੀ ਤਰ੍ਹਾਂ ਦੁਹਰਾਈ ਕਰੀਏ। ਸੋ ਨੈਕਸਟ ਹੈ, ਸ਼ਿਲਾਲੇਖ ਤੋਂ ਕੀ ਭਾਵ ਹੈ? ਫਿਰ ਸੁਣੋ, ਸ਼ਿਲਾਲੇਖ ਤੋਂ ਕੀ ਭਾਵ ਹੈ? ਸ਼ਿਲਾਲੇਖਾਂ ਉਹਨਾਂ ਲੇਖਾਂ ਨੂੰ ਕਹਿੰਦੇ ਹਨ ਜੋ ਪੱਥਰ ਦੇ ਸਤੰਭਾਂ, ਚੱਟਾਨਾਂ, ਤਾਂਬੇ ਦੀਆਂ ਪਲੇਟਾਂ, ਮਿੱਟੀ ਦੀ ਤਖਤੀਆਂ ਅਤੇ ਮੰਦਰਾਂ ਦੀਆਂ ਦੀਵਾਰਾਂ ਤੇ ਪ੍ਰਚਲਿਤ ਸੰਕੇਤਾਂ ਜਾਂ ਅੱਖਰਾਂ ਵਿੱਚ ਖੁਦੇ ਹੁੰਦੇ ਹਨ। ਤੁਹਾਡੇ ਸਾਹਮਣੇ ਬੇਟਾ ਇਸ ਤਸਵੀਰ ਦੇ ਵਿੱਚ ਤੁਸੀਂ ਦੇਖੋ ਧਿਆਨ ਦੇ ਨਾਲ ਕਿ ਪੱਥਰਾਂ ਦੇ ਉੱਤੇ ਕੁਝ ਲਿਖਿਆ ਹੋਇਆ ਹੈ, ਚੱਟਾਨਾਂ ਦੇ ਉੱਤੇ ਕੁਝ ਲਿਖਿਆ ਹੋਇਆ ਹੈ। ਉਸ ਸਮੇਂ ਦੀ ਜੋ ਲਿਖਣ ਵਾਲੀ ਲਿਪੀ ਸੀ, ਉਹਦੇ ਵਿੱਚ ਜੋ ਕੁਝ ਲਿਖਿਆ ਗਿਆ ਹੈ, ਸੋ ਇਹ ਸ਼ਿਲਾਲੇਖ ਹਨ। ਸ਼ਿਲਾਲੇਖਾਂ ਦੇ ਅਧਿਐਨ ਨੂੰ ਕੀ ਕਹਿੰਦੇ ਹਨ? ਸ਼ਿਲਾਲੇਖਾਂ ਦੇ ਅਧਿਐਨ ਨੂੰ ਪੁਰਾਲੇਖ ਵਿਦਿਆ ਕਹਿੰਦੇ ਹਨ। ਯਾਦ ਰੱਖਣਾ ਹੈ ਕਿ ਸ਼ਿਲਾਲੇਖਾਂ ਦੇ ਅਧਿਐਨ ਨੂੰ ਪੁਰਾਲੇਖ ਵਿਦਿਆ ਕਹਿੰਦੇ ਹਨ। ਨੈਕਸਟ ਹੈ, ਇਤਿਹਾਸ ਕਿਸ ਚੀਜ਼ ਦਾ ਅਧਿਐਨ ਹੈ? ਇਤਿਹਾਸ ਕਿਸ ਚੀਜ਼ ਦਾ ਅਧਿਐਨ ਹੈ? ਇਤਿਹਾਸ ਅਤੀਤ ਦਾ ਅਧਿਐਨ ਹੈ। ਯਾਦ ਰੱਖਣਾ ਹੈ, ਇਤਿਹਾਸ ਅਤੀਤ ਦਾ ਅਧਿਐਨ ਹੈ। ਨੈਕਸਟ ਕੁਐਸਚਨ, ਮਹਾਰਿਸ਼ੀ ਵਾਲਮੀਕ ਜੀ ਦੁਆਰਾ ਰਚਿਤ ਰਾਮਾਇਣ ਵਿੱਚ ਕਿੰਨੇ ਸ਼ਲੋਕ ਹਨ? ਫਿਰ ਸੁਣੋ, ਮਹਾਰਿਸ਼ੀ ਵਾਲਮੀਕੀ ਜੀ ਦੁਆਰਾ ਰਚਿਤ ਰਾਮਾਇਣ ਵਿੱਚ ਕਿੰਨੇ ਸ਼ਲੋਕ ਹਨ? ਸੋ ਉੱਤਰ 24,000 ਸ਼ਲੋਕ। ਸ਼ਾਬਾਸ਼, ਯਾਦ ਰੱਖਣਾ ਹੈ ਕਿੰਨੇ ਹਨ? 24,000 ਸ਼ਲੋਕ ਦਰਜ ਕੀਤੇ ਗਏ ਹਨ।